ਹੋਪ ਗਲੋਬਲ ਟੀਵੀ ਤੇ ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋਅ ਦੇਖ ਰਹੇ ਸਾਰੇ ਹੀ ਦੇਸ਼ ਅਤੇ ਵਿਦੇਸ਼ਾਂ ਦੇ ਦਰਸ਼ਕਾਂ ਦਾ ਮੇਰੇ ਵੱਲੋਂ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਜੋ ਗੱਲ ਕਰਨੀ ਹੈ ਉਹ ਸਾਡੀ ਗੱਲ ਰਹਿਣੀ ਹੈ ਔਰਤ ਦੀ ਮਹਾਨਤਾ ਦੀ। ਔਰਤ ਦੀ ਕੀ ਮਹਾਨਤਾ ਹੈ, ਕਿਉਂਕਿ ਅਸੀਂ ਇੱਕ ਪਾਸੇ ਦੇਖਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਉਹ ਔਰਤ ਨੂੰ ਬਹੁਤ ਮਹਾਨ ਦੱਸਦੇ ਆ। ਸਤਿਗੁਰੂ ਜਦੋਂ ਕਹਿੰਦੇ ਆ ਨਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਤੇ ਐਵੇਂ ਲੱਗਦਾ ਕਿ ਔਰਤ ਤੋਂ ਵੱਧ ਕੇ ਸਤਿਕਾਰਯੋਗ ਹੋਰ ਕੋਈ ਚੀਜ਼ ਇਸ ਦੁਨੀਆ 'ਤੇ ਨਹੀਂ। ਇੱਥੇ ਮੈਂ ਇੱਕ ਛੋਟੀ ਜੀ ਤੁਹਾਨੂੰ ਕਹਾਣੀ ਵੀ ਸੁਣਾਉਣੀ ਚਾਹਾਂਗਾ, ਪਰ ਉਸ ਕਹਾਣੀ ਤੋਂ ਪਹਿਲੇ ਮੈਂ ਆਪ ਜੀ ਨੂੰ ਇੱਕ ਗੁਜ਼ਾਰਿਸ਼ ਕਰ ਦੇਵਾਂ ਕਿ ਜੇਕਰ ਤੁਸੀਂ ਸਾਡੇ ਇਸ YouTube ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਵੋ ਔਰ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਦਬਾ ਦੇਵੋ, ਤਾਂ ਕਿ ਤੁਹਾਡੇ ਕੋਲ ਸਾਡੀਆਂ ਜੋ ਨੈਕਸਟ ਵੀਡੀਓਜ਼ ਨੇ ਉਹ ਸਮੇਂ ਸਿਰ ਪਹੁੰਚਦੀਆਂ ਰਹਿਣ। ਤੇ ਜੇਕਰ ਤੁਸੀਂ ਸੁਣ ਰਹੇ ਹੋ ਫੇਸਬੁੱਕ ਤੇ ਤਦ ਵੀ ਤੁਸੀਂ ਸਾਡੇ ਇਸ ਪੇਜ ਨੂੰ ਲਾਈਕ ਕਰ ਦੇਵੋ ਜੀ, ਤੇ ਨਾਲ ਦੀ ਨਾਲ ਹੀ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਅੱਜ ਦੇ ਜ਼ਮਾਨੇ ਵਿੱਚ ਹਲਕੀਆਂ ਫੁਲਕੀਆਂ ਚੀਜ਼ਾਂ ਤੇ ਜੋ ਨੇ ਸੋਸ਼ਲ ਮੀਡੀਆ 'ਤੇ ਬਹੁਤ ਮਿਲਦੀਆਂ, ਪਰ ਨਾਲ ਦੀ ਨਾਲ ਜੇਕਰ ਸਾਨੂੰ ਚੰਗਾ ਵਧੀਆ ਸੋਹਣਾ ਗਿਆਨ ਮਿਲੇ ਤਾਂ ਉਹ ਜ਼ਰੂਰ ਲੈਣਾ ਚਾਹੀਦਾ। ਉਹਦੇ ਨਾਲ ਹੀ ਸਾਡੀ ਸ਼ਖਸੀਅਤ ਹੈ ਜਿਹੜੀ ਉਹ ਸੋਹਣੀ ਹੁੰਦੀ ਹੈ। ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਗਿਆਨ ਦੇ ਵਿੱਚ ਹੀ ਹੈ। ਅਤੇ ਆਪਾਂ ਆਓ ਕਿਉਂ ਨਾ ਕੁਝ ਸਮਾਂ, ਜਿਵੇਂ ਮੈਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗਿਆਨ ਦੀਆਂ ਗੱਲਾਂ ਕਰਦਾ ਹਾਂ, ਅਤੇ ਉਹ ਗਿਆਨ ਦੀਆਂ ਗੱਲਾਂ ਅਸੀਂ ਫਿਰ ਅੱਜ ਕਰੀਏ। ਔਰ ਮੈਨੂੰ ਇਸ ਜਗ੍ਹਾ 'ਤੇ ਇੱਕ ਚੀਜ਼ ਬਹੁਤ ਹੀ ਵਧੀਆ ਲੱਗਦੀ ਹੈ ਕਿ ਮੈਂ ਇੱਕ ਜਗ੍ਹਾ ਤੋਂ ਪੜ੍ਹ ਰਿਹਾ ਸੀ ਕਿ ਜਿਸ ਘਰ ਜਾਂ ਖਾਨਦਾਨ ਵਿੱਚ ਨਾ ਇਸਤਰੀ ਦੀ ਪੂਜਾ ਹੁੰਦੀ ਹੈ, ਭਾਵ ਆਦਰ ਸਤਿਕਾਰ ਹੁੰਦਾ ਹੈ, ਉਸ ਘਰ 'ਤੇ ਦੇਵਤੇ ਵੀ ਖੁਸ਼ ਰਹਿੰਦੇ ਹੈ। ਅਤੇ ਜਿਸ ਖਾਨਦਾਨ ਵਿੱਚ ਇਸਤਰੀ ਦਾ ਸਤਿਕਾਰ ਨਹੀਂ ਹੁੰਦਾ, ਉਸ ਖਾਨਦਾਨ ਦੇ ਸਾਰੇ ਹੀ ਚੰਗੇ ਗੁਣ ਬੇਕਾਰ ਹੋ ਜਾਂਦੇ ਹੈ, ਕਿਉਂਕਿ ਪਹਿਲਾ ਚੰਗਾ ਗੁਣ ਤਾਂ ਇਹੋ ਹੀ ਹੈ ਕਿ ਕਿਸੇ ਔਰਤ ਦੀ ਪੂਜਾ ਕਰਨਾ। ਔਰ ਮੈਂ ਇੱਕ ਗੱਲ ਕਹਿ ਦੇਵਾਂ ਕਿ ਔਰਤਾਂ ਨੇ ਜਿਹੜੀਆਂ ਇਹ ਰੱਬ ਦੇ ਰਸਤੇ ਦੇ ਵਿੱਚ ਤੇ ਸਭ ਤੋਂ ਅੱਗੇ ਹੁੰਦੀਆਂ ਜੀ। ਇਸ ਗੱਲ ਤੋਂ ਮਰਦੋ ਚਿੜ ਨਾ ਜਾਇਓ ਜੀ, ਪਰ ਸੱਚਾਈ ਕੁਛ ਇਸ ਤਰ੍ਹਾਂ ਦੀ ਹੈ। ਇੱਕ ਮੈਂ ਛੋਟੀ ਜਿਹੀ ਸਟੋਰੀ ਤੁਹਾਨੂੰ ਸੁਣਾਉਣ ਦਾ ਜਿਹੜਾ ਹੈ ਉਹ ਹੁਣੇ ਹੀ ਵਾਅਦਾ ਕੀਤਾ ਸੀ, ਅਤੇ ਉਹ ਸਟੋਰੀ ਮੈਂ ਤੁਹਾਨੂੰ ਸੁਣਾ ਦੇਵਾਂ। ਕੀ ਹੋਇਆ ਕਿ ਇੱਕ ਰਿਸ਼ੀ ਬੈਠਾ ਭਗਤੀ ਕਰ ਰਿਹਾ ਸੀ। ਉਸ ਰਿਸ਼ੀ ਦੇ ਕੋਲ ਆ ਕੇ ਭਗਵਾਨ ਜੀ ਪੈਦਾ ਹੋਏ, ਅਤੇ ਭਗਵਾਨ ਉਸ ਰਿਸ਼ੀ ਨੂੰ ਕਹਿਣ ਲੱਗੇ, ਤੇਰੀ ਭਗਤੀ ਤੋਂ ਮੈਂ ਬਹੁਤ ਖੁਸ਼ ਹੋਇਆ, ਤੂੰ ਮੰਗ ਜੋ ਵੀ ਮੰਗਣਾ ਹੈ। ਅਤੇ ਰਿਸ਼ੀ ਕਹਿੰਦਾ, ਜੇਕਰ ਤੁਸੀਂ ਮੇਰੀ ਭਗਤੀ ਤੋਂ ਖੁਸ਼ ਹੋਏ ਹੋ ਨਾ, ਤਾਂ ਮੇਰੀ ਭਗਤੀ ਨੂੰ ਹੋਰ ਦੁੱਗਣਾ ਕਰ ਦਿਓ। ਜਦੋਂ ਉਸਨੇ ਇਹ ਕਿਹਾ ਤਾਂ ਭਗਵਾਨ ਸੋਚਾਂ 'ਚ ਪੈ ਗਏ ਕਿ ਮੈਂ ਤਾਂ ਕਿਹਾ ਸੀ ਇਹ ਕੋਈ ਘਰ ਕਾਰ ਕੋਠੀ ਮੰਗ ਲਏਗਾ, ਪਰ ਕਮਾਲ ਦਾ ਰਿਸ਼ੀ ਹੈ, ਇਸ ਨੇ ਮੇਰੇ ਤੋਂ ਇੰਨੀ ਭਗਤੀ ਕਰਨ ਤੋਂ ਬਾਅਦ ਵੀ ਜੇ ਉਹ ਮੰਗਿਆ ਅਤੇ ਹੋਰ ਭਗਤੀ ਕਰਨ ਦੀ ਦਾਤ ਮੰਗ ਲਈ ਹੈ, ਉਹ ਦੇਤਾ। ਅਤੇ ਉਦੋਂ ਬਾਅਦ ਫਿਰ ਦੂਸਰੀ ਵਾਰ ਉਹਨਾਂ ਪੁੱਛਿਆ ਕਿ ਭਗਤਾ, ਮੈਂ ਫਿਰ ਤੈਨੂੰ ਪੁੱਛਦਾ, ਕੁਝ ਮੰਗਣਾ ਹੈ ਤਾਂ ਮੰਗ ਲੈ। ਪਰ ਉਹ ਰਿਸ਼ੀ ਸਾਹਿਬ ਫਿਰ ਕਹਿੰਦੇ ਕਿ ਭਗਵਾਨ ਜੇ ਖੁਸ਼ ਹੋ ਤਾਂ ਮੇਰੀ ਭਗਤੀ ਨੂੰ ਦੁੱਗਣੇ ਤੋਂ ਵੀ ਹੋਰ ਦੁੱਗਣਾ ਕਰ ਦਿਓ। ਜਦੋਂ ਹੀ ਭਗਵਾਨ ਨੇ ਤਥਾਸਤੂ ਕਿਹਾ ਨਾ, ਅਤੇ ਜਿਹੜੇ ਉਹ ਰਿਸ਼ੀ ਸੀ, ਕਹਿੰਦੇ ਆ ਕਿ ਉਹ ਰਿਸ਼ੀ ਉਸੇ ਵੇਲੇ ਔਰਤ ਬਣ ਗਿਆ। ਇਹ ਸਾਖੀ ਹੈ, ਸਟੋਰੀ ਹੈ, ਮਤਲਬ ਕਿ ਸੱਚਾਈ ਦੇ ਵਿੱਚ ਨਾ ਲੈ ਜਾਣਾ। ਇਸ ਨੂੰ ਇੱਕ ਗੱਲ ਕਹਿਣ ਅਤੇ ਸਮਝਾਉਣ ਦਾ ਤਰੀਕਾ ਹੈ। ਹਾਂ, ਇਹਦੇ ਨਾਲ ਹੀ ਮੈਂ ਇੱਕ ਚੀਜ਼ ਇਹ ਵੀ ਕਹਿ ਦੇਵਾਂ ਕਿ ਤੁਸੀਂ ਬਹੁਤ ਸਾਰੀਆਂ ਫੋਟੋਆਂ ਮਹਾਤਮਾ ਬੁੱਧ, ਮਹਾਵੀਰ, ਭਗਵਾਨ ਰਾਮਚੰਦਰ ਜੀ, ਕ੍ਰਿਸ਼ਨ ਜੀ ਦੀਆਂ ਦੇਖੀਆਂ ਹੋਣਗੀਆਂ। ਉਹਨਾਂ ਫੋਟੋਆਂ ਦੇ ਵਿੱਚ ਉਹਨਾਂ ਦੀ ਦਾੜ੍ਹੀ ਨਹੀਂ ਵਿਖਾਈ ਗਈ, ਜਦ ਕਿ ਸੱਚਾਈ ਤਾਂ ਇਹ ਸੀ ਕਿ ਉਹਨਾਂ ਸਾਰਿਆਂ ਦੀ ਦਾੜ੍ਹੀ ਹੁੰਦੀ ਸੀ, ਅਤੇ ਉਸ ਵੇਲੇ ਦਾੜ੍ਹੀ ਨੂੰ ਕੱਟਣ ਦਾ ਕਿਤੇ ਕੋਈ ਰਿਵਾਜ਼ ਵੀ ਨਹੀਂ ਸੀ। ਫਿਰ ਕਿਉਂ ਉਹਨਾਂ ਸਾਰਿਆਂ ਨੂੰ ਵਿਦਆਊਟ ਬੀਅਰ, ਵਿਦਆਊਟ ਦਾੜ੍ਹੀ ਕਿਉਂ ਵਿਖਾਇਆ ਗਿਆ? ਉਹਦਾ ਇੱਕ ਹੀ ਕਾਰਨ ਮੈਨੂੰ ਸਮਝ ਆਉਂਦਾ ਹੈ ਕਿ ਜਿਸਨੇ ਵੀ ਇਹ ਫੋਟੋਆਂ ਚਿੱਤਰੀਆਂ ਨੇ, ਉਹਨਾਂ ਨੇ ਉਹਨਾਂ ਦਾ ਇਸਤਰੀਨ ਰੂਪ ਚਿੱਤਰਿਆ, ਕਿਉਂਕਿ ਉਹ ਭਾਵੇਂ ਸਰੀਰ ਕਰਕੇ ਤਾਂ ਮਰਦ ਸਨ, ਪਰ ਜੋ ਉਹਨਾਂ ਦਾ ਸੁਭਾਅ ਸੀ ਉਹ ਇੰਨਾ ਕੋਮਲ ਸੁਭਾਅ ਹੋ ਚੁੱਕਾ ਸੀ ਕਿ ਸੁਭਾਅ ਕਰਕੇ ਉਹ ਇਸਤਰੀਆਂ ਬਣ ਚੁੱਕੀਆਂ ਸਨ। ਇਸਤਰੀਆਂ ਦਾ ਸੁਭਾਅ ਬੜਾ
ਕੋਮਲ ਹੁੰਦਾ ਹੈ ਔਰ ਕੋਮਲ ਸੁਭਾਅ ਦੇ ਕਾਰਨ ਹੀ ਇਸਤਰੀਆਂ ਪਰਮਾਤਮਾ ਦੇ ਲਾਗੇ ਹੁੰਦੀਆਂ ਔਰ ਕਹਿੰਦੇ ਨੇ ਕਿ ਰੱਬ ਨੂੰ ਕੋਮਲਤਾ ਪਸੰਦ ਹੈ। ਔਰ ਇਸੇ ਕਰਕੇ ਹੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੀ ਵੀ ਬਾਣੀ ਗੁਰੂ ਸਾਹਿਬਾਂ ਨੇ ਲਿਖੀ ਹੈ ਨਾ, ਉਹਦੇ 'ਚ ਸਤਿਗੁਰਾਂ ਨੇ ਆਪਣੇ ਆਪ ਨੂੰ ਇਸਤਰੀ ਰੂਪ ਦੇ ਵਿੱਚ ਬਿਆਨ ਕੀਤਾ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ, ਹਉ ਸ਼ਾਹ ਕੇਰੀਆਂ ਦਾਸੀਆਂ ਸ਼ਾਹ ਸਾਚਾ ਖਸਮ ਹਮਾਰਾ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਹਨ ਤਾਂ ਮਰਦ, ਪਰ ਮਰਦ ਹੁੰਦਿਆਂ ਹੋਇਆਂ ਵੀ ਉਹ ਕਹਿੰਦੇ ਨੇ ਕਿ ਕਵਨ ਸੋ ਅੱਖਰ ਕਵਨ ਗੁਣ ਕਵਨ ਸੋ ਮਣੀਆਂ ਮੰਤ ਕਵਨ ਸੋ ਵੇਸੋ ਹਉ ਕਰੀ ਜਿਤ ਵਸ ਆਵੇ ਕੰਤ। ਔਰ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਗੁਰੂ ਸਾਹਿਬ ਸੁਭਾਵ ਰੂਪ ਦੇ ਵਿੱਚ ਇਸਤਰੀ ਵਾਲਾ ਰੂਪ ਸੀ, ਮਤਲਬ ਕੋਮਲਤਾ ਸੀ। ਕਿਉਂਕਿ ਇਸਤਰੀ ਦੇ ਅੰਦਰ ਜੋ ਮਹਾਨ ਗੁਣ ਹੁੰਦੇ ਆ ਨਾ, ਉਹਨਾਂ ਗੁਣਾਂ ਦੀ ਗੱਲ ਜੇ ਕੀਤੀ ਜਾਏ ਤਾਂ ਮੈਂ ਕਹਿੰਦਾ ਹੈ ਕਿ ਇੰਨੇ ਗੁਣ ਇਸਤਰੀ ਦੇ ਅੰਦਰ ਹਨ ਕਿ ਜੇ ਉਹਨਾਂ ਗੁਣਾਂ ਨੂੰ ਅਸੀਂ ਕਿਸੇ ਵੀ ਤਰ੍ਹਾਂ ਜਿਹੜਾ ਉਹ ਬਿਆਨ ਨਹੀਂ ਕਰ ਸਕਦੇ। ਔਰ ਮੈਂ ਤਾਂ ਇਸ ਜਗ੍ਹਾ 'ਤੇ ਜਿਹੜਾ ਮੈਨੂੰ ਨਾਵਲਕਾਰ ਨਾਨਕ ਸਿੰਘ ਦੇ ਕਹੇ ਕੁਛ ਸ਼ਬਦ ਯਾਦ ਆ ਰਹੇ ਆ। ਉਹਨੇ ਬੜੇ ਪਿਆਰੇ ਜਿਹੇ ਸ਼ਬਦ ਕਹੇ। ਉਹ ਕਹਿੰਦਾ ਕਿ ਉਹਦਾ ਤੁਸੀਂ ਕਿਤੇ ਨਾ ਅੱਧ ਖਿੜਿਆ ਫੁੱਲ ਨਾਵਲ ਪੜ੍ਹੋ। ਉਸ ਦੇ ਵਿੱਚ ਉਹ ਕਹਿੰਦਾ, ਉਹ ਇਸਤਰੀ ਤੂੰ ਏਡੀ ਉੱਚਤਾ ਏਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਨਸ਼ੀਲਤਾ ਦੇ ਸੋਮੇ ਤੇਰੇ ਵਿੱਚ, ਮਮਤਾ ਦੀਆਂ ਕਾਂਗਾਂ ਤੇਰੇ ਅੰਦਰ, ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ, ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ। ਇਹ ਸਭ ਕੁਝ ਹੈ ਇਸਤਰੀ ਤੂੰ ਕਿੱਥੋਂ ਪ੍ਰਾਪਤ ਕਰ ਲਿਆ? ਵਾਕਈ ਜੇਕਰ ਅਸੀਂ ਦੇਖੀਏ ਨਾ ਤੇ ਇਸਤਰੀ ਦੇ ਵਿੱਚ ਬੜੇ ਮਹਾਨ ਗੁਣ ਹੁੰਦੇ ਨੇ, ਕਿਉਂਕਿ ਉਹਦੇ ਵਿੱਚ ਜਿੰਨੀ ਨਿਮਰਤਾ, ਜਿੰਨਾ ਉਸ ਦੇ ਅੰਦਰ ਪਿਆਰ ਭਰਿਆ ਹੁੰਦਾ ਹੈ, ਇਹ ਹੋਰ ਕਿਤੇ ਨਹੀਂ ਮਿਲਦਾ। ਪਰ ਸਾਡੇ ਜ਼ਮਾਨੇ ਨੇ ਸ਼ੁਰੂ ਤੋਂ ਹੀ ਇਸਤਰੀ ਨੂੰ ਨਾ ਪਿਆਰ ਦਿੱਤਾ ਨਾ ਸਤਿਕਾਰ ਦਿੱਤਾ। ਇੱਥੋਂ ਤੱਕ ਇੱਕ ਵਾਰ ਮੈਨੂੰ ਕਿਸੇ ਨੇ ਜਿਹੜਾ ਵਾ ਉਹ ਇੱਕ ਸਵਾਲ ਵੀ ਪੁੱਛ ਲਿਆ ਸੀਗਾ। ਉਹ ਕਹਿੰਦਾ ਕਿ ਸਰ ਆ ਜੋ ਲਿਖਿਆ ਤੁਲਸੀ ਨੇ, ਉਹ ਲਿਖਦੇ ਨੇ ਕਿ ਸ਼ੂਦਰ ਗਵਾਰ ਸ਼ੂਦਰ ਢੋਲ ਗਵਾਰ ਸ਼ੂਦਰ ਅਰ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ। ਇਹਨਾਂ ਨੂੰ ਤੇ ਜਿੰਨਾ ਡਾਂਟ ਕੇ ਰੱਖਿਆ ਜਾਓ ਉਹਨਾਂ ਥੋੜ੍ਹਾ। ਤੇ ਮੈਂ ਕਿਹਾ ਕਿ ਭਾਈ ਇਹੋ ਜਿਹੇ ਦੋਹੇ ਤਾਂ ਕਈਆਂ ਨੇ ਲਿਖੇ ਆ, ਤੂੰ ਵੀ ਇੱਕ ਦੋਹਰਾ ਲਿਖ ਦੇ, ਕਿਉਂਕਿ ਦੋਹੇ ਲਿਖਣ ਦੀ ਕਲਾ ਕਿਹੜੀ ਵੀ ਤੁਲਸੀ ਬਾਬਾ ਨਾਲ ਲੈ ਗਿਆ, ਇੱਥੇ ਹੀ ਹੈ, ਤੂੰ ਵੀ ਲਿਖ ਦੇ। ਮਰਦ ਗਵਾਰ ਢੋਲ ਅਰ ਘੋੜਾ ਜਿਤਨਾ ਪੀਟੋ ਉਤਨਾ ਥੋੜਾ, ਲਿਖ ਦੇ ਤੂੰ ਵੀ। ਗੱਲ ਕੀ ਹੈ, ਲਿਖਣਾ ਹੀ ਹੈ। ਔਰ ਪਰ ਫਿਰ ਵੀ ਮੈਂ ਇੱਕ ਗੱਲ ਕਹਿ ਦੇਵਾਂ ਕਿ ਮੈਨੂੰ ਇੱਥੇ ਜਸਵੰਤ ਸਿੰਘ ਕੰਵਲ ਦੀ ਨਾ ਇੱਕ ਗੱਲ ਬੜੀ ਠੀਕ ਲੱਗਦੀ ਹੈ। ਉਹ ਕਹਿੰਦਾ ਹੈ, ਔਰਤ ਦੀ ਫਿਤਰਤ ਵਿੱਚ ਇੱਕ ਖਾਸ ਸਿਫਤ ਹੈ, ਉਹ ਜਜ਼ਬਾਤੀ ਰੌਂ ਵਿੱਚ ਪੰਘਰਦੀ ਹੈ ਅਤੇ ਮੁਸ਼ਕਿਲਾਂ ਵਿੱਚ ਫਸੀ ਵੀ ਕੁਝ ਚੰਗਾ ਸੋਚ ਸਕਦੀ ਹੈ। ਕਿਉਂਕਿ ਜਿੰਨਾ ਚੰਗਾ ਇਸਤਰੀ ਸੋਚ ਸਕਦੀ ਹੈ ਨਾ ਮੁਸ਼ਕਿਲਾਂ ਦੇ ਵਿੱਚੋਂ, ਸ਼ਾਇਦ ਇਹ ਮਰਦ ਜ਼ਿਆਦਾ ਭਾਵੁਕ ਹੋ ਕੇ ਉਹਨਾਂ ਨਾ ਸੋਚ ਸਕਣ। ਹਾਂ, ਇਸਤਰੀਆਂ ਵੀ ਭਾਵੁਕ ਹੁੰਦੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਮਰਦ ਪ੍ਰੈਕਟੀਕਲ ਜ਼ਿਆਦਾ ਹੁੰਦੇ ਨੇ ਇਸਤਰੀਆਂ ਨਾਲੋਂ, ਕਿਉਂਕਿ ਮਰਦਾਂ ਨੂੰ ਬਾਹਰ ਸਮਾਜ ਦੇ ਵਿੱਚ ਕੰਮ ਕਰਨਾ ਪੈਂਦਾ ਅਤੇ ਸਮਾਜ ਦੇ ਵਿੱਚ ਰੋ ਕੇ ਨਹੀਂ ਸਰਦਾ। ਸਮਾਜ ਦੇ ਵਿੱਚ ਜਦੋਂ ਤੁਸੀਂ ਕੰਮ ਕਰਨੇ ਹੈ ਤਾਂ ਉਦੋਂ ਉੱਥੇ ਤੁਹਾਨੂੰ ਜਿਹੜਾ ਹੈ ਉਹ ਮਰਦਾਨਗੀ ਵਿਖਾਉਣੀ ਪੈਂਦੀ ਹੈ। ਅਤੇ ਇਸਤਰੀਆਂ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦੇ ਅੰਦਰ ਕੋਮਲਤਾ ਭਾਵੁਕਤਾ ਜ਼ਿਆਦਾ ਹੁੰਦੀ ਹੈ, ਉਹ ਜ਼ਿਆਦਾ ਚੰਗਾ ਸੋਚ ਸਕਦੀਆਂ। ਅਤੇ ਪਰ ਜਿਹੜੀ ਦੂਸਰੀ ਚੀਜ਼ ਮੈਂ ਕਹਿਣੀ ਚਾਹੁੰਦਾ ਸੀ ਉਹ ਇਹ ਸੀਗੀ ਕਿ ਨਾਨਕ ਸਿੰਘ ਦਾ ਇੱਕ ਨਾਵਲ ਹੈ ਕੱਟੀ ਹੋਈ ਪਤੰਗ। ਸ਼ਾਇਦ ਤੁਹਾਡੇ ਵਿੱਚੋਂ ਸਰੋਤਿਓ ਜਿਸ ਨੇ ਵੀ ਪੜ੍ਹਿਆ ਹੋਵੇ ਉਹ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਕਿਉਂਕਿ ਮੈਂ ਫਿਰ ਕਹਿ ਦੇਵਾਂ ਕਿ ਹੁਣ ਸਾਡਾ ਜੋ ਬਹੁਤ ਜ਼ਿਆਦਾ ਟਾਈਮ ਹੈ ਉਹ ਮੋਬਾਇਲ ਫੋਨ 'ਤੇ ਗੇਮਾਂ, ਵਟਸਐਪ, ਫੇਸਬੁੱਕ, ਯੂਟਿਊਬ ਲੈ ਜਾਂਦੇ ਹੈ। ਅਤੇ ਜਿਹੜੀ ਇਸ ਤਰ੍ਹਾਂ ਦੀਆਂ ਮਹਾਨ ਰਚਨਾਵਾਂ ਨੇ ਨਾ ਕਿਤਾਬਾਂ, ਉਹ ਪੜ੍ਹਨ ਵੱਲ ਹੁਣ ਸਾਡਾ ਧਿਆਨ ਜਾਂਦਾ ਹੀ ਨਹੀਂ ਹੈ। ਔਰ ਇਸ ਲਈ ਮੈਂ ਇਹ ਕਹਿਣਾ ਚਾਹਾਂਗਾ ਕਿ ਕੈਂਸਰ ਜਿਹਨੂੰ ਕਹਿੰਦੇ ਨਾ ਕੈਂਸਰ, ਇਹ ਛੋਟੀ ਜਿਹੀ ਹੁੰਦੀ ਹੈ ਸਟਾਰਟਿੰਗ 'ਚ, ਪਰ ਇਹਨੂੰ ਫੈਲਣ ਲੱਗਿਆਂ ਦੇਰ ਨਹੀਂ ਲੱਗਦਾ ਔਰ ਇਹ ਅੱਗੇ ਅੱਗੇ ਉਦੋਂ ਤਾਂ ਹੀ ਫੈਲਦੀ ਜਾਂਦੀ ਹੈ ਜਦੋਂ ਤੱਕ ਕਿ ਮਨੁੱਖ ਨੂੰ ਖਤਮ ਨਾ ਕਰ ਦੇਵੇ। ਅਤੇ ਮੇਰੇ ਖਿਆਲ ਦੇ ਵਿੱਚ ਇਲੈਕਟ੍ਰੋਨਿਕਸ ਮੀਡੀਆ ਦੀ ਕੈਂਸਰ ਵੀ
ਅੱਜ ਸਾਡੇ ਸਾਰਿਆਂ ਦੇ ਜਿਹੜਾ ਹੈ ਉਹ ਦਿਮਾਗਾਂ ਵਿੱਚ ਫੈਲ ਚੁੱਕੀ ਹੈ। ਇਸ ਲਈ ਸ਼ੁਰੂਆਤ ਸਾਡੀ ਹੋਈ ਸੀ ਸਭ ਤੋਂ ਪਹਿਲਾਂ ਟੀਵੀ ਦੇਖਣ ਤੋਂ। ਟੀਵੀ ਦੇਖਦੇ ਸੀ, ਪਰ ਟੀਵੀ ਇੱਕ ਜਗ੍ਹਾ ਪਿਆ ਹੈ, ਉੱਥੇ ਬੈਠ ਕੇ ਹੀ ਦੇਖਣਾ ਪੈਂਦਾ ਹੈ, ਬਾਹਰ ਅੰਦਰ ਗਿਆ ਤੋਂ ਖਹਿੜਾ ਛੁੱਟ ਜਾਂਦਾ ਸੀ। ਫਿਰ ਸਾਡੇ ਕੋਲ ਆ ਗਏ ਮੋਬਾਈਲ, ਅਤੇ ਮੋਬਾਈਲਾਂ ਦੇ ਵਿੱਚ ਉਹ ਜਿਹੜਾ ਅਨਲਿਮਟਿਡ ਅਸੀਂ ਕਹਿ ਦਈਏ ਡਾਟਾ ਅਤੇ ਅਨਲਿਮਟਿਡ ਜਿਹੜਾ ਵਾ ਐਂਡਲੈਸ ਇਹਦਾ ਕੋਈ ਜਿਹੜੀ ਹੈ ਉਹ ਦਾਇਰਾ, ਇਹਨੇ ਮੁੱਕਣਾ ਨਹੀਂ ਹੈ। ਤੁਸੀਂ ਜੇ ਸਾਰਾ ਦਿਨ ਵੀ ਤੁਸੀਂ YouTube Facebook ਦੇਖਦੇ ਰਹੋਗੇ, ਇਹ ਮੁੱਕਣਗੇ ਕਦੇ ਨਹੀਂ। ਤੁਸੀਂ ਕੋਈ ਵੀ ਇੱਕ ਗੇਮ ਖੇਡਣੀ ਸ਼ੁਰੂ ਕਰ ਦਿਓ ਅਤੇ ਜ਼ਰਾ ਦੱਸਿਓ ਜੀ ਉਸ ਗੇਮ ਦਾ ਕੋਈ ਐਂਡ ਹੋ ਜਾਏਗਾ? ਪਹਿਲੀ ਗੱਲ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਲਾਸਟ ਜਿਹੜਾ ਉਹਦਾ ਸਟੈਪ ਹੈ ਉਹਦੇ ਤੱਕ ਖੇਡ ਸਕੋ। ਭਾਵੇਂ 24 ਘੰਟੇ ਖੇਡਦੇ ਰਹੋ, ਉਹਦਾ ਐਂਡ ਨਹੀਂ ਜੇ ਹੋਣਾ, ਉਸਨੇ ਅੱਗੇ ਚੱਲਦੇ ਜਾਣਾ। ਪਰ ਇਹਨੇ ਸਾਡਾ ਜੋ ਸਮਾਂ ਸਭ ਕੁਛ ਬਹੁਤ ਵੱਧ ਬਰਬਾਦ ਕੀਤਾ। ਅਤੇ ਮੈਂ ਕਹਿ ਰਿਹਾ ਸੀ ਕਿ ਅੱਜ ਅਸੀਂ ਜੋ ਚੰਗੀਆਂ ਕਿਤਾਬਾਂ ਨੂੰ ਪੜ੍ਹਨ ਤੋਂ ਬਹੁਤ ਦੂਰ ਹੋ ਗਏ। ਇਸ ਲਈ ਸ਼ਾਇਦ ਮੈਂ ਤਾਂ ਹੀ ਪੁੱਛਿਆ ਕਿ ਉਹ ਹੇਠਾਂ ਕਮੈਂਟ 'ਚ ਦੱਸ ਦਿਓ ਜਿਨ੍ਹਾਂ ਨੇ ਨਾਨਕ ਸਿੰਘ ਦਾ ਨਾਵਲ ਕੱਟੀ ਹੋਈ ਪਤੰਗ ਪੜ੍ਹਿਆ ਹੋਵੇ। ਉਹਦੇ ਵਿੱਚ ਨਾਨਕ ਸਿੰਘ ਬੜੀ ਪਿਆਰੀ ਗੱਲ ਕਹਿੰਦਾ ਕਿ ਔਰਤ ਤੇਰੇ ਵਿੱਚ ਇੰਨੇ ਗੁਣ ਹਨ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਤੇਰੇ ਵਿੱਚ ਕੋਮਲਤਾ ਦੀਆਂ ਕਾਂਗਾਂ ਨੇ, ਤੇਰੇ ਵਿੱਚ ਜਿਹੜੇ ਹੈ ਉਹ ਨਿਮਰਤਾ ਦੇ ਸੋਮੇ ਵਹਿ ਰਹੇ ਨੇ। ਪਰ ਨਾਲ ਹੀ ਉਹ ਕਹਿੰਦਾ ਕਿ ਇਹ ਸਮਾਜ ਇੰਨਾ ਗੰਦਾ ਹੋ ਗਿਆ ਹੈ ਕਿ ਇਸਤਰੀ ਨੂੰ ਕੱਟੀ ਹੋਈ ਪਤੰਗ ਵਾਂਗ ਹੀ ਸਮਝਦਾ ਹੈ, ਅਤੇ ਇਸ ਦੀ ਡੋਰ ਲੁੱਟਣ ਲਈ ਹਰ ਕੋਈ ਹਰ ਵੇਲੇ ਤਿਆਰ ਬੈਠਾ ਹੈ। ਇੱਥੋਂ ਤੱਕ ਹੋਰਾਂ ਦੀ ਤੇ ਗੱਲ ਛੱਡੀਏ, ਸਾਡੇ ਤਾਂ ਜੋ ਧਾਰਮਿਕ ਅਖਵਾਉਣ ਵਾਲੇ ਬਾਬੇ, ਧਰਮ ਦੇ ਨਾਮ 'ਤੇ ਸੰਤ ਅਖਵਾਉਣ ਵਾਲੇ, ਗੁਰੂ ਅਖਵਾਉਣ ਵਾਲੇ, ਉਹ ਵੀ ਜਿਹੜੇ ਨੇ ਔਰਤ ਦੀ ਪਤੰਗ ਲੁੱਟਣ ਦੇ ਵੱਲ ਨੂੰ, ਇਸ ਦੀ ਡੋਰ ਲੁੱਟਣ ਲਈ ਇੰਨੇ ਅੱਗੇ ਵੱਧ ਗਏ। ਅਤੇ ਨਰਿੰਦਰ ਸਿੰਘ ਕਪੂਰ, ਵਾਹ, ਜਿਸ ਨੂੰ ਮੈਂ ਬਹੁਤ ਪਿਆਰ ਕਰਦਾ, ਸਤਿਕਾਰ ਕਰਦਾ, ਕਿਉਂਕਿ ਮੈਂ ਅਜੇ ਤਾਈਂ ਜਿੰਨੇ ਵੀ ਰਾਈਟਰਸ ਪੜ੍ਹੇ ਹੈ ਉਹਨਾਂ ਸਾਰਿਆਂ 'ਚੋਂ ਮੈਨੂੰ ਜੋ ਸੱਚਾਈ ਦੇ ਬਿਲਕੁਲ ਲਾਗੇ ਲੱਗੇ ਹੈ, ਜੋ ਯਥਾਰਥ ਨੂੰ ਮੁੱਖ ਰੱਖ ਕੇ ਲਿਖਦੇ ਹੈ। ਹਰ ਇੱਕ ਦੀ ਚੋਇਸ ਵੱਖਰੀ ਵੱਖਰੀ ਹੁੰਦੀ ਹੈ ਔਰ ਹੋਣੀ ਚਾਹੀਦੀ ਵੀ ਹੈ, ਮੈਂ ਇਹ ਨਹੀਂ ਕਹਿੰਦਾ। ਪਰ ਮੇਰੀ ਚੋਇਸ ਦੇ ਵਿੱਚ ਜੋ ਸਭ ਤੋਂ ਬੈਸਟ ਪੰਜਾਬੀ ਦਾ ਰਾਈਟਰ ਹੈ ਉਹ ਨੇ ਨਰਿੰਦਰ ਸਿੰਘ ਕਪੂਰ। ਆਈ ਲਵ ਹਿਮ। ਜਿਤਨਾ ਮੈਂ ਉਹਨਾਂ ਦਾ ਸਤਿਕਾਰ ਕਰ ਸਕਾਂ ਓਨਾ ਹੀ ਥੋੜ੍ਹਾ ਹੈ। ਅਤੇ ਉਹ ਬੜੀ ਪਿਆਰੀ ਗੱਲ ਕਹਿੰਦੇ ਹੈ ਕਿ ਮਰਦਾਂ ਕੋਲ ਤਾਂ ਸਿਰਫ ਦ੍ਰਿਸ਼ਟੀ ਹੀ ਹੁੰਦੀ ਹੈ, ਇਹ ਤਾਂ ਉੱਤੋਂ ਹੀ ਚੀਜ਼ਾਂ ਨੂੰ ਦੇਖ ਸਕਦੇ ਆ, ਪਰ ਜੋ ਔਰਤਾਂ ਹੁੰਦੀਆਂ ਨਾ, ਔਰਤ ਦੇ ਕੋਲ ਅੰਤਰ ਦ੍ਰਿਸ਼ਟੀ ਹੁੰਦੀ ਹੈ। ਅਤੇ ਦੂਜਾ ਉਹ ਕਹਿੰਦੇ ਹੈ ਕਿ ਔਰਤ ਰੁੱਸਦੀ ਜ਼ਰੂਰ ਹੈ, ਪਰ ਜਦੋਂ ਵੀ ਇਹ ਰੁੱਸਦੀ ਹੈ ਨਾ, ਮਨਾਏ ਜਾਣ ਦੀ ਸੰਭਾਵਨਾ ਲੈ ਕੇ ਰੁੱਸਦੀ ਹੈ। ਔਰ ਭਰਾਵੋ, ਖਾਸ ਕਰਕੇ ਨੌਜਵਾਨ ਵਿਆਹਿਓ, ਤੁਸੀਂ ਇੱਕ ਗੱਲ ਸੋਚ ਲਵੋ, ਬਹੁਤ ਸਾਰੇ ਘਰ ਐਸੇ ਹੋਣਗੇ ਜਿਨ੍ਹਾਂ ਘਰਾਂ 'ਚ ਔਰਤ ਮਰਦ ਦੇ ਝਗੜੇ ਹੁੰਦੇ ਹੋਣਗੇ, ਹੁੰਦੇ ਹੀ ਰਹਿਣੇ ਆ। ਦੁਨੀਆ 'ਤੇ ਅਜੇ ਤੱਕ ਇੱਕ ਵੀ ਐਸਾ ਔਰਤ ਜਾਂ ਮਰਦ ਲੱਭਣਾ ਮੁਸ਼ਕਲ ਹੈ ਜਿਨ੍ਹਾਂ ਦਾ ਜ਼ਿੰਦਗੀ 'ਚ ਕਦੀ ਝਗੜਾ ਨਾ ਹੋਇਆ ਹੋਵੇ, ਕਿਉਂਕਿ ਦੋਨਾਂ ਦੀਆਂ ਆਪਣੀਆਂ ਅਲੱਗ-ਅਲੱਗ ਲਾਈਕ ਡਿਸਲਾਈਕਸ ਹੋ ਸਕਦੀਆਂ, ਆਪਣੇ ਆਪਣੇ ਦੋਨਾਂ ਦੇ ਜਿਹੜੇ ਆ ਉਹ ਵਿਚਾਰ ਹੋ ਸਕਦੇ ਆ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗ ਸਕਦੀ ਹੈ, ਕਿਸੇ ਨੂੰ ਕੋਈ ਚੰਗੀ। ਹਾਂ, ਅਤੇ ਔਰਤ ਰੁੱਸੇਗੀ ਜ਼ਰੂਰ, ਕਿਉਂਕਿ ਉਹ ਜਿਹੜੀ ਹੈ ਇਮੋਸ਼ਨਲ ਹੁੰਦੀ ਹੈ, ਉਹ ਲੜੇਗੀ ਵੀ, ਪਰ ਜੋ ਉਹਦੀ ਲੜਾਈ, ਉਹਦਾ ਬੋਲ ਬੁਲਾਰਾ, ਉਹਦਾ ਰੁੱਸਣਾ ਹੋਵੇਗਾ, ਇਹ ਉੱਪਰੋਂ ਹੋਵੇਗਾ, ਇਹ ਹਿਰਦੇ ਤੋਂ ਨਹੀਂ ਹੋਵੇਗਾ। ਔਰ ਜਦ ਵੀ ਉਹ ਤੁਹਾਡੇ ਨਾਲ ਰੁੱਸੇਗੀ, ਇਹ ਚੀਜ਼ ਲੈ ਕੇ ਰੁੱਸੇਗੀ ਕਿ ਮੈਨੂੰ ਮਨਾਇਆ ਜਾਵੇ, ਔਰ ਉਹ ਮਨਾਉਣ ਦੀ ਸੰਭਾਵਨਾ ਲੈ ਕੇ ਰੁੱਸਦੀ ਹੈ। ਔਰ ਇਸ ਲਈ ਭਾਈ ਮੈਂ ਸਭ ਤੋਂ ਵਧੀਆ ਗੱਲ ਤਾਂ ਇਹ ਕਹਿ ਸਕਦਾ ਹਾਂ, ਪਹਿਲੀ ਤਾਂ ਗੱਲ ਇਹ, ਔਰਤ ਕਦੀ ਬਾਗੀ ਨਹੀਂ ਹੁੰਦੀ, ਅਤੇ ਜੋ ਔਰਤ ਬਾਗੀ ਹੋ ਜਾਂਦੀ ਹੈ ਉਹਦੇ ਅੰਦਰੋਂ ਇਸਤਰੈਨ ਗੁਣ ਖਤਮ ਹੋ ਜਾਂਦਾ। ਫਿਰ ਐਸੀਆਂ ਬਾਗੀ ਔਰਤਾਂ ਘਰ ਵਸਾ ਵੀ ਨਹੀਂ ਸਕਦੀਆਂ। ਇਹ ਵੀ ਇੱਕ ਸੱਚਾਈ ਹੈ ਜਿਹਨੂੰ ਸਾਨੂੰ ਸਮਝਣਾ ਪਵੇਗਾ। ਬਾਗੀ ਔਰਤਾਂ ਦੇ ਘਰ ਘੱਟ ਹੀ ਵਸਦੇ ਹੈ। ਅਤੇ ਐਕਚੁਅਲੀ ਜਿਉਂ-ਜਿਉਂ ਔਰਤਾਂ ਪੜ੍ਹੀਆਂ ਲਿਖੀਆਂ, ਪੜ੍ਹਾਈ ਵੱਲ ਗਈਆਂ, ਸਕੂਲਾਂ ਕਾਲਜਾਂ 'ਚ ਗਈਆਂ, ਉੱਥੋਂ ਉਹਨਾਂ ਨੇ ਬਾਗੀ ਸਾਹਿਤ ਜ਼ਿਆਦਾ ਪੜ੍ਹਿਆ, ਉੱਥੋਂ ਉਹਨਾਂ ਨੇ ਆਪਣੇ ਹੱਕਾਂ ਦੀ ਗੱਲ ਜ਼ਿਆਦਾ ਪੜ੍ਹੀ ਕਿ ਸਾਡੇ ਇਹ ਹੱਕ, ਇਹ ਚਾਹੀਦਾ। ਨਤੀਜਾ ਇਹ ਨਿਕਲਿਆ ਕਿ ਉਹਨਾਂ ਦੇ ਬਾਗੀ ਸੁਰ ਇੰਨੇ ਵੱਧ ਗਏ ਕਿ ਉਦੋਂ ਬਾਅਦ
ਉਹਨਾਂ ਦੇ ਵਿੱਚ ਤਲਾਕ ਵੀ ਉਨੇ ਹੀ ਵਧੇ ਜਿੰਨੀਆਂ ਬਗਾਵਤ ਵਧੀ ਹੈ, ਕਿਉਂਕਿ ਬਗਾਵਤ ਬਾਹਰ ਤਾਂ ਚੱਲ ਸਕਦੀ ਹੈ, ਪਰਿਵਾਰ ਦੇ ਵਿੱਚ ਬਗਾਵਤ ਨਹੀਂ ਚੱਲਦੀ। ਪਰਿਵਾਰ ਦੇ ਵਿੱਚ ਤਾਂ ਇੱਕ ਦੂਸਰੇ ਦੇ ਨਾਲ ਸਹਿਯੋਗ ਕਰਨ ਦਾ ਨਾਮ ਹੀ ਪਰਿਵਾਰ ਹੈ। ਜਿੱਥੇ ਤੁਸੀਂ ਇੱਕ ਦੂਸਰੇ ਲਈ ਜਿਉਣਾ ਹੈ, ਜਿੱਥੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਮਿਲ ਕੇ ਨਿਭਾਉਣੀਆਂ, ਉਹਦਾ ਹੀ ਨਾਮ ਹੈ। ਔਰ ਅਸਲ ਵਿੱਚ ਔਰਤ ਉਸ ਪਾਸੇ ਚੱਲੀ ਹੈ, ਕਿਉਂਕਿ ਚੱਲਣਾ ਵੀ ਪੈਣਾ ਸੀ। ਕਾਰਨ ਇਹ ਸੀ ਕਿ ਮਰਦ ਜਦੋਂ ਪੈਦਾ ਹੁੰਦਾ ਹੈ ਨਾ, ਸਮਾਜ ਉਸ ਨੂੰ ਉਹਦੇ ਜਨਮ ਤੋਂ ਹੀ ਆਪਣੀ ਹੋਂਦ ਦੀ ਰੱਖਿਆ ਕਰਨ ਵਾਸਤੇ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਵੇਂ, ਓਏ ਤੂੰ ਮਰਦ ਹੋ ਕੇ ਰੋ ਰਿਹਾ, ਤੂੰ ਮਰਦ ਹੀ ਨਹੀਂ ਜੇਕਰ ਉਸ ਤੋਂ ਇਹ ਚੀਜ਼ ਵਾਪਸ ਨਾ ਲਈ, ਤੈਨੂੰ ਉਹ ਐਵੇਂ ਕਹਿ ਗਿਆ, ਤੇਰੀ ਮਰਦਾਨਗੀ ਕਿੱਥੇ ਗਈ। ਇੱਦਾਂ ਉਹਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਹੈ ਨਾ ਉਹ ਅਥਾਰਟੀ ਭਰੀ ਜਾਂਦੀ ਹੈ, ਔਰ ਉਹਦੇ ਅੰਦਰ ਇੱਕ ਅਥਾਰਟੀ ਆ ਜਾਂਦੀ ਹੈ ਕਿ ਮੈਂ ਬਹੁਤ ਅੱਗੇ ਹਾਂ। ਪਰ ਔਰਤ ਨੂੰ ਅਸਲੋਂ ਬੇਹਥਿਆਰ ਰੱਖਿਆ ਜਾਂਦਾ ਹੈ। ਉਹਨੂੰ ਇਹ ਕਹਿ ਦਿੱਤਾ ਜਾਂਦਾ ਹੈ ਜੀ ਇਹ ਤਾਂ ਪਰਾਇਆ ਧਨ ਹੈ, ਇਹਨੇ ਤੇ ਪਰਾਏ ਘਰ ਚਲੇ ਜਾਣਾ ਹੈ, ਤੂੰ ਤਾਂ ਇਸ ਦਾਇਰੇ 'ਚ ਹੀ ਰਹਿਣਾ ਹੈ, ਦਾਇਰੇ ਤੋਂ ਬਾਹਰ ਨਹੀਂ ਨਿਕਲਣਾ। ਔਰ ਇਸ ਤਰ੍ਹਾਂ ਔਰਤ ਨੂੰ ਬੇਹਥਿਆਰ ਰੱਖਿਆ ਜਾਂਦਾ ਹੈ। ਉਹਦੀ ਪਰਵਰਿਸ਼ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਉਹਦੇ ਪੈਰਾਂ 'ਚ ਕਿਸੇ ਵੀ ਸੁਤੰਤਰ ਰਾਹ 'ਤੇ ਚੱਲਣ ਦੀ ਜਿਹੜੀ ਹੈ ਨਾ ਉਹ ਲਾਲਸਾ ਹੀ ਨਾ ਜਾਗੇ। ਉਹਦੇ ਕੋਲ ਤਾਂ ਬਸ ਇੱਕੋ ਹੀ ਹਥਿਆਰ ਰਹਿ ਜਾਂਦਾ, ਉਹ ਹੈ ਉਹਦਾ ਔਰਤਪਨ। ਉਹ ਹੈ ਇੱਕ ਸਦੀਵੀ ਗੁਲਾਮੀ ਦੀ ਬੇਵਸੀ ਦਾ ਛਲੀਆ ਹਥਿਆਰ, ਜਿਸ ਨੂੰ ਕਦੀ ਉਹ ਪੂਜਣ ਲੱਗ ਪੈਂਦੀ ਹੈ ਅਤੇ ਕਦੇ ਨਫ਼ਰਤ ਕਰਨ ਲੱਗ ਪੈਂਦੀ ਹੈ। ਔਰ ਤੁਸੀਂ ਆਮ ਹੀ ਕੁੜੀਆਂ ਤੋਂ ਸੁਣਦੇ ਹੋਵੋਗੇ ਕਿ ਕੀ ਹੋਇਆ, ਅਸੀਂ ਤਾਂ ਲੜਕੀਆਂ ਬਣ ਗਈਆਂ, ਲੜਕੀਆਂ ਦੇ ਨਾਲ ਇਹ ਮੁਸ਼ਕਲ ਹੁੰਦੀ ਹੈ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਔਰਤ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ। ਪਰ ਮੈਂ ਇਹ ਕਹਿ ਸਕਦਾ ਹਾਂ, ਪ੍ਰੋਫੈਸਰ ਪੂਰਨ ਸਿੰਘ ਨੇ ਜੋ ਕਿਹਾ ਹੈ ਘਰ ਦੀ, ਜਦੋਂ ਅਸੀਂ ਗੱਲ ਕਰਦੇ ਹਾਂ, ਅਤੇ ਪ੍ਰੋਫੈਸਰ ਪੂਰਨ ਸਿੰਘ ਦੇ ਮੈਨੂੰ ਇਹ ਸ਼ਬਦ ਬੜੇ ਚੰਗੇ ਲੱਗਦੇ ਹੈ। ਘਰ ਦਾ ਜੀਵਨ ਅਤੇ ਵਤਨ ਦਾ ਪਿਆਰ ਇਸਤਰੀ ਜਾਤੀ ਦੇ ਬੇਹੱਦ ਪਿਆਰ ਅਤੇ ਸਤਿਕਾਰ ਤੋਂ ਬਿਨਾਂ ਜੀਂਦਾ ਨਹੀਂ ਰਹਿ ਸਕਦਾ। ਇੱਥੋਂ ਤੱਕ ਮੈਂ ਫਿਰ ਆਪਣੀ ਗੱਲ ਨੂੰ ਇੱਥੇ ਕੀ ਸਮਾਪਤ ਕਰਾਂ ਕਿ ਜੋ ਔਰਤ ਹੈ ਉਹ ਅਧਿਆਤਮਿਕਤਾ ਦੇ ਵਿੱਚ ਬਹੁਤ ਅੱਗੇ ਹੈ। ਤਾਂ ਹੀ ਤਾਂ 45 ਸਾਲ ਦੇ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪਛਾਣ ਪਾਏ ਸਨ, ਪਰ 5 ਸਾਲ ਦੀ ਬੇਟੀ ਬੀਬੀ ਨਾਨਕੀ ਜੀ ਨੇ ਪਹਿਚਾਨ ਲਿਆ ਸੀ ਕਿ ਇਹ ਜੋ ਮੇਰਾ ਵੀਰ ਹੈ ਇਹ ਰੱਬੀ ਪੈਗੰਬਰ ਹੈ। ਇਸ ਤਰ੍ਹਾਂ ਮੈਨੂੰ ਇਹ ਲੱਗਦਾ ਹੈ ਕਿ ਔਰਤਾਂ ਦੇ ਵਿੱਚ ਚੰਗੇ ਗੁਣ ਬਹੁਤ ਜ਼ਿਆਦਾ ਨੇ। ਔਰਤਾਂ ਬੜੀਆਂ ਹੀ ਮਹਾਨ ਹੈ, ਉਹਨਾਂ ਦੀ ਮਹਾਨਤਾ ਹੈ ਜਿਹੜੀ ਉਹ ਇਸੇ ਤਰ੍ਹਾਂ ਰਹਿਣੀ ਚਾਹੀਦੀ ਹੈ। ਔਰ ਸਾਡਾ ਔਰਤ ਲਈ ਸਤਿਕਾਰ ਜਿਹੜਾ ਹੈ ਉਹ ਕਦੇ ਘੱਟ ਨਹੀਂ ਹੋਣਾ ਚਾਹੀਦਾ, ਕਿਉਂਕਿ ਖਲੀਲ ਜਬਰਾਨ ਨੇ ਜੋ ਗੱਲ ਕਹੀ ਹੈ ਮੈਂ ਉਸ ਗੱਲ ਨੂੰ ਵੀ ਸ਼ੇਅਰ ਕਰ ਦੇਵਾਂ। ਖਲੀਲ ਜਬਰਾਨ ਕਹਿੰਦੇ ਹੈ, ਜੋ ਮਨੁੱਖ ਨਾਰੀ ਨੂੰ ਮਾਫ ਨਹੀਂ ਕਰ ਸਕਦੇ ਅਤੇ ਉਹਦਾ ਸਤਿਕਾਰ ਨਹੀਂ ਕਰਦੇ, ਉਹ ਔਰਤ ਦੇ ਮਹਾਨ ਗੁਣਾਂ ਤੋਂ ਸਦਾ ਹੀ ਖਾਲੀ ਰਹਿ ਜਾਂਦੇ ਹੈ। ਉਹਨਾਂ ਨੂੰ ਇਹਨਾਂ ਗੁਣਾਂ ਦੀ ਕੋਮਲਤਾ, ਚੰਗੀਆਂ ਸਿੱਖਿਆਵਾਂ, ਨਿਮਰਤਾ ਉਹ ਉਹਨਾਂ 'ਚ ਨਹੀਂ ਆਉਂਦੀ। ਔਰ ਇਹ ਗੁਣ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਦੋਸਤੋ, ਇਹ ਸ਼ੋਅ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਜੀ। ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ, ਅਤੇ ਇੱਥੋਂ ਇਹ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਵੀ ਕਰ ਲਵੋ। ਉਸ ਚੈਨਲ ਨੂੰ ਤੁਸੀਂ ਦੂਸਰੇ ਲੋਕਾਂ ਦੇ ਤੱਕ ਵੀ ਪਹੁੰਚਾਓ। ਔਰ ਜੇਕਰ ਤੁਸੀਂ ਇਸ ਨੂੰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਉੱਥੇ ਵੀ ਸਾਡਾ ਜੋ ਪੇਜ ਹੈ ਇਸ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਕਿਉਂਕਿ ਤੁਹਾਡੇ ਕਮੈਂਟਸ, ਤੁਹਾਡੇ ਸ਼ੇਅਰਸ, ਤੁਹਾਡੀ ਸਬਸਕ੍ਰਿਪਸ਼ਨਸ ਇਹ ਸਾਡੇ ਲਈ ਇੱਕ ਐਪਰੀਸ਼ੀਏਸ਼ਨ ਦਾ ਕੰਮ ਕਰਦੇ ਹੈ। ਔਰ ਉਹਦੇ ਨਾਲ ਸਾਡਾ ਹੋਰ ਹੌਸਲਾ ਵੱਧਦਾ ਹੈ। ਤਾਂ ਹੀ ਅਸੀਂ ਤੁਹਾਡੇ ਲਈ ਚੰਗੀਆਂ ਤੋਂ ਚੰਗੀਆਂ ਵੀਡੀਓਜ਼ ਲੈ ਕੇ ਆ ਸਕਦੇ ਹਾਂ ਕਿ ਜੇਕਰ ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ, ਲਾਈਕ ਕਰੋਗੇ, ਅਤੇ ਇਹਦੇ ਨਾਲ ਹੀ ਸਬਸਕ੍ਰਾਈਬ ਕਰਨ ਦੇ ਨਾਲ। ਔਰ ਦੋਸਤੋ, ਮੈਂ ਫਿਰ ਤੁਹਾਡੇ ਲਈ ਇੱਕ ਹੋਰ ਪਿਆਰੀ ਜੀ, ਵਧੀਆ ਜੀ, ਸੋਹਣੀ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਦਿਓ ਆਪਣੇ ਦੋਸਤ ਗੁਰਵੇਲ ਸਿੰਘ ਨੂੰ ਇਜਾਜ਼ਤ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।